मुर्दाबाद मुर्दाबाद। साडा हक इत्थे रख, साडा हक इत्थे रख। जो बोलना बोल रहा है, मैं नहीं लाता, मैं परवाह नहीं करता, कोई गल नहीं ਭਾਈ ਤੁਸੀਂ ਇਹ ਤਾਂ ਕਹਿ ਦਿਓ ਕਿ अपना नहीं चलना। पंजाब एक ऐसी धरती है जो गरीबों को खाना खिलाते हैं, लंगर खिलाते हैं। यहाँ के सरदार, यहाँ के लोग बाग जो है ना, लंगर लगा करके गरीबों को खाना खिलाते हैं। ये आदमी तो गरीबों का जेब काट करके अपना पैसा भर करके धनी आदमी बनना चाहता है, इंडस्ट्रियलिस्ट बनना चाहता है। मेरी मान साहब ने एक बेनती है, मैं ज़्यादा गल्लां नहीं कहना चाहता। मान साहब जिद्दी थोड़ी सरकार है, ये धरने वध रहे हैं, घट नहीं रहे। अगस्त सतंबर अक्तूबर महीने की सैलरी साडी पेंडिंग है ते किसी दी 6 महीने दी है, किसी दी 4 महीने दी है ते टोटल साडा अमाउंट 12 लाख के करीब है। 12 ਦੇ ਅਪਰੋਕਸੀਮੇਟ 12 ਲੱਖ चैक ਦੇ ਰਾਹੀਂ कोई पेमेंट नहीं लेनी, क्योंकि इन्हों का चैक बाउंस हो जाता। साढ़े सामने बहुत लोगों की बाउंस हुई। 3.5 महीने की पेमेंट मेरी पेंडिंग पड़ी हुई है। मैंने बाबूजी से डायरेक्टली कई बार बात किया, उन्होंने आश्वासन दिया कि आपकी पेमेंट हम डाल देंगे, लेकिन 1 साल होने को आ रहा है, मेरी पेमेंट आ तक नहीं। इनके यहाँ का जो इनका यूनिट हेड था उसको इन्होंने भगा दिया। दूसरा यूनिट हेड लिया है, वो इतना हरामखोर था, बच्चों को गाली देता था, वर्करों को गाली देता था, वर्कर भागने लगे और हमको भी जो है बदतमीजी के साथ में पेश आया हमारे साथ, तो हम इनको छोड़ दिए। गुलशन आहूजा वर्करों को जो कार्ड देता है उसमें गुलशन आहूजा के फैक्ट्री का नाम नहीं लिखा हुआ है। मेरी लड़की की शादी थी, मैं इसको रिक्वेस्ट करता रहा, व्हाट्सएप पे रिक्वेस्ट करता रहा कि तुम मेरे को पेमेंट दे दो, मेरे लड़की की शादी है। मैं एक सीनियर सिटीजन आदमी हूँ, मेरी 58 साल की उम्र है। मेरे साथ अगर ये ऐसा कर रहा है तो बाकी लोगों के साथ में ये कैसा कर रहा है वो बात। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ। ਮਾਛੀਵਾੜਾ ਸਾਹਿਬ ਦੇ ਨੇੜੇ ਪੈਂਦੇ ਇੱਕ ਭੱਟੀਆਂ ਪਿੰਡ ਦੇ ਵਿੱਚ ਇੱਕ ਨਿੱਜੀ ਫੈਕਟਰੀ ਦੇ ਬਾਹਰ ਮੌਜੂਦ ਹਾਂ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਇੱਕ ਨਿੱਜੀ ਫੈਕਟਰੀ ਦੇ ਬਾਹਰ ਉੱਥੇ ਦੇ ਵਰਕਰਾਂ ਵੱਲੋਂ ਧਰਨਾ ਲਗਾਇਆ ਗਿਆ। ਫੈਕਟਰੀ ਦੇ ਬਾਹਰ ਬਹਿ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇੱਕ ਨਿੱਜੀ ਫੈਕਟਰੀ ਹੈ, ਉਹਨਾਂ ਦੀਆਂ ਮੰਗਾਂ ਕੀ ਨੇ? ਉਹਨਾਂ ਨੂੰ ਤਨਖਾਹ ਹੈ ਜਿਹੜੀ ਉਹ ਇੱਥੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀਗੇ, ਉਹਨਾਂ ਦੀਆਂ ਤਨਖਾਹਾਂ ਨੇ ਜਿਹੜੀਆਂ ਉਹ ਨਹੀਂ ਮਿਲੀਆਂ, ਜਿਸ ਨੂੰ ਲੈ ਕੇ ਉਹਨਾਂ ਨੇ ਅੱਜ ਫੈਕਟਰੀ ਦੇ ਬਾਹਰ, ਨਿੱਜੀ ਫੈਕਟਰੀ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ। ਚਾਦਰਾਂ ਢਾਹ ਕੇ ਦੇਖ ਸਕਦੇ ਹੋ, ਦਰੀਆਂ ਢਾਹ ਕੇ ਬੈਠੇ ਹੋਏ ਨੇ। ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਕਿ ਕੀ ਮਾਮਲਾ ਹੈ ਸਾਰਾ, ਕਿੰਨੇ ਸਮੇਂ ਤੋਂ ਤਨਖਾਹਾਂ ਨਹੀਂ ਮਿਲੀਆਂ, ਕੀ ਪੂਰਾ ਮਾਮਲਾ ਹੈ। ਬਾਈ ਜੀ ਕੀ ਨਾਮ ਹੈ? जी नमस्कार जी, जगरूप सिंह नाम है जी मेरा। ਕਿਹੜੀ ਫੈਕਟਰੀ ਹੈ ਜਿੱਥੇ ਤੁਸੀਂ ਇਸ ਟਾਈਮ ਧਰਨਾ ਲਾਈ ਬੈਠੇ ਹੋ? ਕੀ ਨਾਮ ਹੈ ਉਹਨਾਂ ਦਾ ਤੇ ਕੀ ਮਾਮਲਾ? ਇਹ ਫੈਕਟਰੀ ਦਾ ਨਾਮ ਹੈ ਜੀ ਅਹੂਜਾ ਕੋਟਸਪੈਨ ਲਿਮਟਿਡ। ਇਹ ਮਾਛੀਵਾੜਾ ਦੇ ਕੋਲ ਭੱਟੀਆਂ ਪਿੰਡ ਦੇ ਵਿੱਚ ਸਥਿਤ ਹੈ ਜੀ। ਤੇ ਮੇਰਾ ਨਾਮ ਜਗਰੂਪ ਸਿੰਘ ਹੈ। ਮੈਂ ਇਲੈਕਟ੍ਰੀਕਲ ਡਿਪਾਰਟਮੈਂਟ 'ਚ ਇੰਜੀਨੀਅਰ ਸੀਗਾ ਇਲੈਕਟ੍ਰੋਨਿਕਸ। ਤੇ ਪਿਛਲੇ ਅਗਸਤ ਸਤੰਬਰ ਅਕਤੂਬਰ ਮਹੀਨੇ ਦੀ ਸੈਲਰੀ ਸਾਡੀ ਪੈਂਡਿੰਗ ਹੈ ਤੇ ਕਿਸੇ ਦੀ 6 ਮਹੀਨੇ ਦੀ ਹੈ, ਕਿਸੇ ਦੀ 4 ਮਹੀਨੇ ਦੀ ਹੈ। ਤੇ ਅਸੀਂ ਇਹਨਾਂ ਨੂੰ ਬਹੁਤ ਵਾਰ ਪਹੁੰਚ ਕਰ ਚੁੱਕੇ ਹਾਂ, ਲੇਕਿਨ ਇਹਨਾਂ ਨੇ ਹਜੇ ਤੱਕ ਸਾਡਾ 1 ਵੀ ਰੁਪਿਆ ਨਹੀਂ ਦਿੱਤਾ ਜੀ। ਸਾਡੀ ਮੰਗ ਇਹੀ ਹੈ, ਸਾਡਾ 1 ਪੈਸਾ ਦਿੱਤਾ ਜਾਵੇ ਤੇ ਜਿੰਨੇ ਵੀ ਅਸੀਂ ਉਰੇ ਆਏ ਹਾਂ ਸਭ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਕਿੰਨੇ ਕੁ ਸਮੇਂ ਦਾ ਪੈਸਾ ਖੜਾ ਹੈ? ਟੋਟਲ ਕਿੰਨੇ ਕੁ ਜਿਹੜੀ ਅਮਾਊਂਟ ਹੈ ਉਹ ਬਣਦੀ ਹੈ? ਤੇ ਉਰੇ ਤੁਸੀਂ ਇਸ ਟਾਈਮ ਕੰਮ ਕਰ ਰਹੇ ਹੋ ਫੈਕਟਰੀ 'ਚ ਜਾਂ ਨਹੀਂ? ਨਹੀਂ ਜੀ, ਹਟ ਗਏ ਸੀ ਅਸੀਂ, ਕਿਉਂਕਿ ਹਾਲਾਤ ਇੰਨੇ ਮਾੜੇ ਹੋ ਗਏ ਸੀ। ਜਦੋਂ ਸੈਲਰੀ ਨਹੀਂ ਮਿਲਣੀ ਉਰੇ ਆ ਕੇ ਕੀ ਕਰਨਾ ਸੀਗਾ। ਜਿਹੜੇ ਸਾਡੇ ਕੋਲ ਪੈਸੇ ਸੀ ਸਰ ਉਹ ਵੀ ਸਾਡੇ ਚੱਲ ਗਏ ਨੇ। ਕਿੰਨੇ ਕੁ ਸਮਿਆਂ ਦੀ ਜੇ ਦੇਖੀਏ ਕਿੰਨੀ ਕੁ ਟੋਟਲ ਅਮਾਊਂਟ ਬਣਦੀ ਹੈ? 3 ਮਹੀਨੇ ਦੀ ਤਾਂ ਸਰ ਮੇਰੀ ਖੜੀ ਹੈ ਤੇ ਟੋਟਲ ਸਾਡਾ ਅਮਾਊਂਟ 12 ਲੱਖ ਦੇ ਕਰੀਬ ਹੈ ਜੀ। 12 ਦੇ ਅਪਰੋਕਸੀਮੇਟ 12 ਲੱਖ ਹੋਊਗਾ। ਜਿਹੜੇ ਮੈਨੇਜਰ ਵਗੈਰਾ ਨੇ ਉਰੇ ਫੈਕਟਰੀ ਦੇ ਜਾਂ ਕੋਈ ਓਨਰ ਨੇ, ਉਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ? ਹਾਂਜੀ, ਸਾਡੀ ਡਾਇਰੈਕਟ ਤਾਂ ਹੋਈ ਨਹੀਂ। ਅਸੀਂ ਵਕੀਲ ਹਾਇਰ ਕਰਿਆ ਸੀਗਾ ਜੀ ਅੰਸਾਰੀ, ਤੇ ਉਹਨਾਂ ਨਾਲ ਹੁੰਦੀ। ਉਹਨਾਂ ਨੂੰ ਇਹ ਮਤਲਬ ਲਾਰੇ ਲਾਈ ਜਾ ਰਹੇ ਨੇ, ਅੱਜ ਆ ਜਾਓ, ਕੱਲ੍ਹ ਨੂੰ ਆ ਜਾਓ, ਹਫ਼ਤੇ ਤੱਕ ਆ ਜਾਓ, ਆਹੀ ਕੁਛ ਹੋ ਰਿਹਾ। ਤੁਸੀਂ ਧਰਨਾ ਲਗਾਇਆ ਹੋਇਆ ਇੱਥੇ, ਕੀ ਜਦ ਤੱਕ ਕੋਈ ਤੁਹਾਨੂੰ ਤਨਖਾਹ ਨਹੀਂ ਮਿਲਦੀ ਜਾਂ ਕੋਈ ਵਿਸ਼ਵਾਸ ਨਹੀਂ ਦਿਵਾਇਆ ਜਾਂਦਾ, ਧਰਨਾ ਉਦੋਂ ਤੱਕ ਜਾਰੀ ਰਹੂਗਾ ਜਾਂ ਸ਼ਾਮ ਨੂੰ ਚੱਕ ਦਿੱਤਾ? ਨਹੀਂ, ਧਰਨਾ ਸਾਡਾ ਜਾਰੀ ਰਹੂਗਾ ਜੀ। ਤੇ ਨੰਬਰ 2 ਤੇ ਸਰ ਅਸੀਂ ਚੈੱਕ ਦੇ ਰਾਹੀਂ ਕੋਈ ਪੇਮੈਂਟ ਨਹੀਂ ਲੈਣੀ, ਕਿਉਂਕਿ ਇਹਨਾਂ ਦਾ ਚੈੱਕ ਬਾਉਂਸ ਹੋ ਜਾਂਦਾ। ਸਾਡੇ ਸਾਹਮਣੇ ਬਹੁਤ ਲੋਕਾਂ ਦੇ ਬਾਉਂਸ ਹੋਏ ਨੇ। ਪਹਿਲਾਂ ਵੀ ਤੁਹਾਡੇ ਨਾਲ ਇਦਾਂ ਹੋਇਆ ਵੀ ਚੈੱਕ ਬਾਉਂਸ ਹੋਏ ਹੁਣ ਤੁਹਾਨੂੰ ਦਿੱਤੇ ਹੋਣ? ਹਾਂਜੀ, ਬਹੁਤ ਵਾਰ ਹੋਏ ਨੇ।
ਬਹੁਤ ਵਾਰ ਹੋਏ ਨੇ। ਤਾਂ ਇੱਥੇ ਹੋਰ ਬਾਈ ਹੋਣੀ ਵੀ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਬਾਈ जी की नाम? महेश शर्मा। कौन सी पोस्ट पे यहाँ जॉब करते हैं? मैं यहाँ पे जो है मेंटेनेंस मैनेजर के पोस्ट पे था, और मेरा जो है मई, जून, जुलाई और 15 अगस्त तक की पेमेंट पेंडिंग पड़ी हुई है। 3.5 महीने की पेमेंट मेरी पेंडिंग पड़ी हुई है। मैंने बाबूजी से डायरेक्टली कई बार बात किया, उन्होंने आश्वासन दिया कि आपकी पेमेंट हम डाल देंगे, लेकिन 1 साल होने को आ रहा है, मेरी पेमेंट आज तक नहीं मिली। तो मेरी यही विनती है कि बाबूजी मेरी पेमेंट रिलीज करें। कितनी सैलरी आपकी जो 3-3.5 मंथ की टोटल बनती है? वो हमारी जो है 1,26,000 है। 1,26,000 हमारी सैलरी यहाँ पे पेंडिंग पड़ी हुई है। क्या कारण लगता है कि क्यों नहीं आपकी सैलरी है जो कंपनी के ओनर की तरफ से आपको डाली जा रही है? पहले ये सैलरी सही आती थी? नहीं, बहुत हालात काफ़ी माड़े हो गए 3-4 महीने से। हम लोगों ने ये सोचा कि चलो काफ़ी दिन से काम किए हैं, स्थिति सुधर जाएगी तो सैलरी मिल जाएगी, लेकिन स्थिति सुधरी नहीं। वो धीरे धीरे जो है टाइम एक्सटेंड होते चला गया। पहले 2 महीना डिले हुआ, फिर 3 महीना हुआ, फिर 4 महीने डिले हो गया। नतीजा ये हुआ कि हम लोगों को अपने जो है रूम का रेंट देना, राशन देना, दूध वाले का देना इतना मुश्किल हो गया कि यहाँ से छोड़ के जाना पड़ा घर पे। और फिर यही विनती थी बाबूजी कि मेरी सैलरी डाल दो, जो कुछ हमने आपके यहाँ काम किया। उन्होंने आश्वासन दिया कि ठीक है हम आपकी सैलरी डाल देंगे, लेकिन आज तक सैलरी नहीं पड़ी। तो मेरी विनती यही है कि वो हमारी सैलरी डालें, और ताकि हम जो है यहाँ से अपना टोटल जो है फुल फाइनल हिसाब लेके और कहीं काम देखें। हाँ जी, फिर क्या नाम है? मेरा नाम बीके शुक्ला है। मैं इनकी कंपनी में एचआर डिपार्टमेंट में काम करता था। मैंने जून 2021 में ज्वाइन किया था, जुलाई में काम किया, अगस्त में काम किया। इनके यहाँ का जो इनका यूनिट हेड था उसको इन्होंने भगा दिया, दूसरा यूनिट हेड ले आए। वो इतना हरामखोर था, बच्चों को गाली देता था, वर्करों को गाली देता था, वर्कर भागने लगे, और हमको भी जो है बदतमीजी के साथ में पेश आया हमारे साथ, तो हम इनको छोड़ दिए। गुलशन आहूजा किसी आदमी को अपॉइंटमेंट लेटर नहीं देता है, किसी भी स्टाफ को अपॉइंटमेंट लेटर नहीं दिया है। लिहाजा गुलशन आहूजा को जैसे ये निकाल देता है एक दिन में, वैसे वर्कर भी इनके यहाँ छोड़ करके जा सकते हैं, क्योंकि कोई इनके पास में कायदा कानून नहीं है। ये गुलशन आहूजा ने अपने कंपनी में स्टैंडिंग ऑर्डर नहीं पास करा रखा है। गुलशन आहूजा वर्करों को जो कार्ड देता है उसमें गुलशन आहूजा के फैक्ट्री का नाम नहीं लिखा हुआ है। ये चालाकी बस करता है ताकि अगर कोई आदमी कोर्ट में जाए तो वो समझता है कि हार जाएंगे, लेकिन ऐसा नहीं है। मेरा जुलाई 2021 का पेमेंट टोटल जो है लगभग 55,000 कुछ रुपए, और अगस्त का लगभग 30,000 रुपये, कुल मेरा जो है 85,000 रुपया इसके यहाँ बकाया है। इस बीच में मेरी लड़की की शादी थी, मैं इसको रिक्वेस्ट करता रहा, व्हाट्सएप पे रिक्वेस्ट करता रहा कि तुम मेरे को पेमेंट दे दो, मेरे लड़की की शादी है। मैं एक सीनियर सिटीजन आदमी हूँ, मेरी 58 साल की उम्र है। मेरे साथ अगर ये ऐसा कर रहा है तो बाकी लोगों के साथ में ये कैसा कर रहा है होगा, आप समझिए। जो इसके यहाँ काम कर रहे हैं उनकी भी तनख्वाह 5-5, 6-6 महीने की तनख्वाह ये नहीं देता है। विक्रम सिंह एक आदमी इनके यहाँ प्रोडक्शन मैनेजर काम कर रहा है, आज भी उसकी तनख्वाह बड़े 6 महीने के बाद में जनवरी 15 तक तनख्वाह दिया है, अभी भी उसकी तनख्वाह नहीं दिया, इसके यहाँ काम कर रहा है। लोग बाग जब 2-3 महीने की तनख्वाह बकाया रह जाती है तो बेचारे जो है काम करते रहते हैं और ये पैसा नहीं देता। 6-6, 7-7 महीना हो जाता है। लोग गरीब आदमी हैं, वो यहाँ पे नौकरी करने आए हैं, अगर उनके साथ ऐसे करेगा तो क्या होगा। मैं अपनी एक कहानी बताऊं, एक लड़की की बहन की तबीयत खराब हो गई, वो अस्पताल में भर्ती थी। मैं इसके पास में कम से कम 10 दिन रिक्वेस्ट किया हूं, तब जाकर के उसका अनपेड पैसा इसने दिया है। आज मजबूर होकर के सारे लोगों को यहाँ पे आना पड़ा। ये न समझे कि कानून नहीं है, कानून है। मेरे पास में जुलाई और अगस्त की पूरी तनख्वाह की कॉपी, पूरी इसकी सैलरी शीट रखी हुई है। मैं इसको रगड़ दूंगा, इसको पेमेंट देना पड़ेगा गुलशन आहूजा को, और देना ही पड़ेगा। धन्यवाद। ਤਾਂ ਬਿਲਕੁਲ ਜੀ, ਹੋਰ ਵੀ ਲੋਕ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ। ਹਾਂਜੀ सर, क्या नाम है? हाँ जी, विनोद तिवारी नाम है मेरा। मैं मार्च में फादर साहब का तबीयत खराब हो गया था, वो सीरियस थे, मैं चला गया छुट्टी लेके विक्रम सिंह से। ठीक है, मेरी तनख्वाह बाकी है नवंबर, दिसंबर, जनवरी, फरवरी, मार्च, 5.5 साल काम करते हो गया। मेरी ग्रेजुएटी बाकी है, मेरा 15 EL है। ठीक है जी, उसके बाद से PF इसने जमा नहीं किया। वहाँ से मैंने लोकेशन डाला कि मैं यहाँ पर हूँ, अपने फादर साहब का फोटो डाला, गाड़ी में लिटा के ले गया था, जिस हॉस्पिटल का था वहाँ का फोटो डाला, फिर वहाँ से दूसरे जगह रेफर किया गया, वहाँ का फोटो डाला। मैं हाथ जोड़ के 100 बार इसको जो है यहाँ पर गुलशन आहूजा को, अभिषेक आहूजा को हमने लिख करके डाला है, व्हाट्सअप किया हुआ है, सब उनके पास भी है, मेरे पास भी है।
लेकिन इतना नीच आदमी है कि मतलब इसको ये नहीं, इसको फादर नहीं है क्या? इसको भी तो फादर होगा कि बिना फादर का पैदा हुआ है? हैं? हम जाएंगे नहीं? आप बताइए। हैं? और इतना हम प्रॉब्लम में थे, उसके बाद इसने पैसा नहीं डाला। अब मैं तो सोचा हूँ पता नहीं इंसान के रूप में ये शैतान है, राक्षस है क्या, हमको समझ नहीं लग रहा। इंसान ऐसा नहीं कर सकता। क्या कारण है कि सैलरी है जो आपकी वर्करों की सैलरी काम की है उन्होंने क्यों नहीं डाल रहे? ये जिद क्या है? ये शुरू से देखोगे ना, इस बंदे का है सैलरी मारना, एक यही फंडा है। पता नहीं इसको क्या मजा आता है। फैक्ट्री को कमाने में मजा नहीं है। जो वर्कर एम्प्लॉय है वो काम करके दे रहा है, हाँ, उसको हटा देना, उसकी सैलरी रोक देना, फिर दूसरे को भर्ती कर लेना, उसको हटा देना, तीसरे को भर्ती कर लेना, इल्जाम लगा देना, चौथे को भर्ती कर देना। न कहीं पीएफ, कहीं यहाँ नाम नहीं है, सारा 2 नंबर का काम है। हाँ, अगर यदि ये आराम से दे देते हैं तो ठीक है, नहीं तो इसके लिए चंडीगढ़ जाना होगा, चीफ मिनिस्टर के पास जाना होगा, जहाँ जहाँ जाना होगा, लेबर कोर्ट चल गए, हम हर जगह जाएंगे, हमने छोड़ना ही नहीं है। इसलिए कि मतलब मैं अपने फादर साहब को लेके इतना मैं परेशान हुआ। कहीं आदमी काम करता है वहीं से पैसा लेगा ना, आप बताइए। हैं? कि शाम को अगला दे देगा, सुबह दे देगा, ठीक है। मैं उनको डॉक्टरों को हाथ पैर जोड़ के, कहीं जहाँ से दवा ले रहा हूँ वहाँ हाथ जोड़ के मैंने अपना काम चलाया। हैं? उसके बाद से ब्याज पर पैसा लेके मैं वहाँ दे के आया हूँ। हैं? अब बताइए हमको ये अगला ब्याज देगा? हमारा पैसा रखा हुआ है, हमारा पैसा दिलाया जाए, हम यही चाहते हैं। जी, गुलशन आहूजा एक पैसे के कानूनी को नहीं मानता है। लड़कों का प्रोविडेंट फंड काट करके प्रोविडेंट फंड डिपार्टमेंट में नहीं जमा करता है। पता नहीं कब गवर्नमेंट की नींद खुलेगी, इसके यहाँ इंस्पेक्शन करने आएंगे। ये आदमी जो है कम से कम 50% लड़कों का पैसा जो है उस महीने में नहीं देता है, रोक के रखता है, उनको दौड़ाता रहता है, पेमेंट नहीं देता है। कानून में ये है वेलफेयर एक्ट में कि अगर 3 साल तक किसी का पैसा अनपेड रह जाता है तो उसे गवर्नमेंट के पास जमा करना होता है। ये एक भी चेक नहीं दिखा सकता है कि इसने वेलफेयर एक्ट को मानते हुए गवर्नमेंट के पास में पैसा जमा किया हो। मेरा पेमेंट 2021 का है, जून का पेमेंट इसने दिया है, जुलाई और अगस्त का पेमेंट 2021 का पैसा है। इससे टेलीफोन पे बात हुई है, व्हाट्सएप पे बात हुई है। मैंने इसको बोला है कि बाबूजी मैं आपको बहुत मानता हूँ, आप कहोगे तो मैं दोबारा आ जाऊंगा नौकरी करने के लिए, लेकिन इसके कान पे कोई जू नहीं रहता है। अड़ियल टट्टू आदमी है, ये पेमेंट नहीं देगा, ऐसा जो है इसका विचार रहता है। सोचता है कि लोग बाग कुछ कर नहीं पाएंगे, थक के हार के भाग के बैठ जाएंगे और वो पैसा मेरा हो जाएगा। पंजाब एक ऐसी धरती है जो गरीबों को खाना खिलाते हैं, लंगर खिलाते हैं। यहाँ के सरदार, यहाँ के लोग बाग जो है ना, लंगर लगा करके गरीबों को खाना खिलाते हैं। ये आदमी तो गरीबों का जेब काट करके अपना पैसा भर करके धनी आदमी बनना चाहता है, इंडस्ट्री बनना चाहता है। फलेगा नहीं इसको। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਿਕੰਦਰ ਸਿੰਘ ਹੈ ਜੀ, ਮੈਂ ਸਰਪੰਚ ਹਾਂ ਜੀ। ਤੇ ਮੇਰੀ ਬਾਊ ਨੂੰ ਬੇਨਤੀ ਹੈ ਜੀ, ਸਾਡੇ ਜਿਹੜੇ ਵਰਕਰ ਨੇ ਆ, ਇਹਨਾਂ ਨੇ ਮਿਹਨਤ ਕੀਤੀ ਆ, ਤੁਹਾਨੂੰ ਇੱਥੇ ਤੱਕ ਪਹੁੰਚਾਇਆ। ਮੈਨੂੰ ਇੱਕ ਸਮਝ ਨਹੀਂ ਆਉਂਦੀ ਜੀ, ਜਿਹੜੇ ਫੈਕਟਰੀਆਂ ਲਾ ਲਾ ਕੇ ਏਡੇ ਬੜੇ ਬਾਊ ਬਣੇ ਨੇ, ਇਹ ਕਿਹਨਾਂ ਦੇ ਸਿਰ ਤੇ ਬਣੇ ਆ ਜੀ? ਇਹ ਮੁਲਾਜ਼ਮਾਂ ਦੇ ਸਿਰ ਤੇ ਬਣੇ ਆ ਨਾ। ਜਿਹੜੇ ਮੁਲਾਜ਼ਮ ਅੰਦਰ ਜੌਬ ਕਰਦੇ ਨੇ, ਉਹ ਆਪਣੀ 12-12 ਘੰਟੇ ਜੌਬਾਂ ਕਰਦੇ ਆ, ਇਹਨਾਂ ਦੇ ਸਿਰ ਤੇ ਕਮਾਈਆਂ ਕਰਕੇ ਕਰੋੜਾਂ ਰੁਪਈਆ ਕਮਾ ਲੈਂਦੇ ਨੇ। ਫਿਰ ਇਹ ਆਪਣੇ ਵਰਕਰਾਂ ਦੀ ਇੱਜ਼ਤ ਕਿਉਂ ਨਹੀਂ ਕਰਦੇ? ਆਪਣੇ ਵਰਕਰਾਂ ਦੀਆਂ ਸੈਲਰੀਆਂ ਕਿਉਂ ਨਹੀਂ ਦਿੰਦੇ? ਕਿਉਂ ਵਰਕਰਾਂ ਦਾ ਪਰਿਵਾਰ ਨਹੀਂ ਹੈ, ਇਕੱਲੇ ਬਾਊਆਂ ਦਾ ਹੀ ਪਰਿਵਾਰ ਹੈ। ਕਰੋੜਾਂ ਰੁਪਈਆ ਇਹੀ ਕਮਾਉਣਾ ਚਾਹੁੰਦੇ ਵੀ ਸਾਨੂੰ ਅਸੀਂ ਵਰਕਰਾਂ ਨੂੰ ਨਾ ਸੈਲਰੀਆਂ ਦੇਈਏ, ਵਰਕਰਾਂ ਦੀਆਂ ਸੈਲਰੀਆਂ ਵੀ ਅਸੀਂ ਖਾ ਜਾਈਏ। ਇਹ ਕਿੱਥੋਂ ਦਾ ਕਾਨੂੰਨ ਹੈ? ਮੇਰੀ ਇੱਕ ਮਾਨ ਸਾਹਿਬ ਨੂੰ ਇੱਕ ਬੇਨਤੀ ਹੈ, ਮੈਂ ਜ਼ਿਆਦਾ ਗੱਲਾਂ ਨਹੀਂ ਕਹਿਣਾ ਚਾਹੁੰਦਾ। ਮਾਨ ਸਾਹਿਬ, ਜਿੱਦੀ ਤੁਹਾਡੀ ਸਰਕਾਰ ਆਈ ਆ, ਇਹ ਧਰਨੇ ਵੱਧ ਰਹੇ ਨੇ, ਘਟ ਨਹੀਂ ਰਹੇ। ਤੁਸੀਂ ਨੱਥ ਕਦੋਂ ਪਾਓਗੇ? ਤੁਸੀਂ ਕਹਿੰਦੇ ਸੀ ਕਿਸੇ ਵੀ ਨਹੀਂ ਕਿਸੇ ਤੰਗ ਕੀਤਾ ਜਾਊਗਾ, ਆਮ ਪਬਲਿਕ ਨੂੰ ਨਹੀਂ ਤੰਗ ਕੀਤਾ ਜਾਊਗਾ, ਆਮ ਸਰਕਾਰ ਹੈ। ਮੇਰੀ ਮਾਨ ਸਾਹਿਬ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ, ਇਹ ਆਮ ਲੋਕਾਂ ਦੀ ਸੁਣੋ, ਇਹ ਆਮ ਲੋਕਾਂ ਦੀ ਸੁਣੋ। ਇਹਨਾਂ ਨੇ ਹੀ ਵੋਟਾਂ ਪਾ ਕੇ ਤੁਹਾਨੂੰ ਇਹਦੀ ਕਾਮਯਾਬ ਬਣਾਇਆ। ਇਹਨਾਂ ਦੇ ਜਿਹੜੇ ਦੁੱਖ ਦਰਦ ਨੇ ਆ ਕੇ ਸੁਣੋ। ਅਸੀਂ ਮਾਛੀਵਾੜਾ ਸਾਹਿਬ ਬੈਠੇ ਹਾਂ, ਭੱਟੀਆਂ ਫੈਕਟਰੀ ਦੇ ਮੂਹਰੇ ਬੈਠੇ ਹਾਂ, ਧੁੱਪਾਂ 'ਚ ਬੈਠੇ ਹਾਂ। ਇਹਨਾਂ ਦੇ ਪਰਿਵਾਰ ਨੇ, ਇਹਨਾਂ ਦੀ ਦੁੱਖ ਤਕਲੀਫਾਂ ਤੁਸੀਂ ਕਿਉਂ ਨਹੀਂ ਸੁਣ ਰਹੇ? ਇਹ ਜੇ ਸਰਕਾਰਾਂ ਨੱਥ ਪਾਉਣਗੀਆਂ ਇਹਨਾਂ ਨੂੰ, ਬਾਬੂਆਂ ਨੂੰ, ਇਹ ਕਿਸੇ ਦਾ ਹੱਕ ਨਹੀਂ ਮਾਰਨਗੀਆਂ। ਤੁਸੀਂ ਕਿਉਂ ਨਹੀਂ ਇਹਨਾਂ ਦੀ ਆ ਕੇ ਸੁਣਦੇ? ਤੁਸੀਂ ਕਿਉਂ ਬੜਬੜੀਆਂ ਕਾਰਾਂ 'ਚ, ਏਸੀਆਂ 'ਚ ਤੁਹਾਨੂੰ ਵੀ ਪਹਿਲਾਂ ਹੋਸ ਪੈ ਗਏ ਜੀ, ਤੁਸੀਂ ਵੀ ਇੱਦਾਂ ਹੀ ਕਰਨ ਲੱਗ ਗਏ। ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ, ਇਹ ਪੜ੍ਹੇ ਲਿਖਿਆ ਨਹੀਂ, ਇਹਨਾਂ ਨੇ ਪੜ੍ਹਾਈਆਂ ਇਸੇ ਕਰਕੇ ਕਰੀਆਂ ਸੀ ਵੀ ਧੱਕੇ ਖਾਣ। ਪਰਿਵਾਰ ਇਹਨਾਂ ਨੇ ਨਹੀਂ ਪਾਲਣਾ, ਫਿਰ ਤਾਂ ਉਹੀ ਗੱਲ ਹੋਊਗੀ ਜੀ, ਖੁਦਕੁਸ਼ੀ। ਇੱਕ ਹੀ ਮੈਟਰ ਰਹਿ ਗਿਆ ਜੀ,
ਜੇ ਮਿਹਨਤ ਕਰਕੇ ਸੈਲਰੀ ਨਹੀਂ ਮਿਲੂਗੀ 12-12 ਘੰਟੇ, ਫਿਰ ਆਮ ਲੋਕ ਕਿੱਥੇ ਜਾਣਗੇ? ਮਾਨ ਸਾਹਿਬ ਤੁਸੀਂ ਗੌਰ ਕਰੋ ਮਾੜਾ ਜਿਹਾ, ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਆ, ਤੁਸੀਂ ਇਹਨਾਂ ਜੇ ਬਾਬੂਆਂ ਨੂੰ ਨੱਥ ਪਾਓ। ਬਸ ਮੈਂ ਇੰਨੀ ਗੱਲ ਕਹਿਣਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਈ ਜੀ, ਤੁਸੀਂ ਵੀ ਨਾਲ ਪਹੁੰਚੇ ਹੋਏ ਹੋ ਪਿੰਡ ਦੇ ਨੌਜਵਾਨਾਂ ਦੇ ਨਾਲ। ਮੈਂ ਵਿਸ਼ਾਲ ਭਾਰਤੀ ਯੂਥ ਕਾਂਗਰਸ ਆਗੂ। ਮੈਂ ਇਹਨਾਂ ਦੇ ਨਾਲ ਪਹੁੰਚਿਆ, ਇਹਨਾਂ ਨਾਲ ਰਾਬਤਾ ਕਾਇਮ ਕੀਤਾ। ਜਿੱਥੇ ਤੱਕ ਮੈਨੂੰ ਪਤਾ ਲੱਗਿਆ ਵੀ ਇਹ ਸਾਰਿਆਂ ਦੀ ਜਿਹੜੇ ਇੱਥੇ ਮੁਲਾਜ਼ਮ ਨੇ, ਕੋਈ ਕਿਸੇ ਦੀ 4 ਮਹੀਨੇ ਦੀ, ਕਿਸੇ ਦੀ 6 ਮਹੀਨੇ ਦੀ, 3 ਮਹੀਨੇ ਦੀ, ਸਾਰੀਆਂ ਜਿਹੜੀਆਂ ਸੈਲਰੀਆਂ ਨੇ ਇਸ ਫੈਕਟਰੀ ਨੇ ਰੋਕ ਰੱਖੀਆਂ। ਦੇਖੋ ਇੱਥੇ ਨਾ ਕੋਈ ਬੋਰਡ ਲੱਗਿਆ ਹੈ, ਨਾ ਕੋਈ ਸਾਈਨ ਲੱਗਿਆ ਹੈ, ਨਾ ਇਹਨਾਂ ਨੇ ਦੱਸਿਆ ਵੀ ਕਾਹਦੀ ਫੈਕਟਰੀ ਹੈ, ਕਿਸ ਚੀਜ਼ ਦੀ ਹੈ। ਸੋ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ ਜਦੋਂ ਦੀ ਇਹ ਬਦਲਾਅ ਵਾਲੀ ਸਰਕਾਰ ਆਈ ਹੈ, ਉਦੋਂ ਦੇ ਗਲਤ ਅਨਸਰਾਂ ਦੇ ਜਿਹੜੇ ਹੌਸਲੇ ਨੇ ਇੰਨੇ ਕੁ ਬੁਲੰਦ ਹੋ ਚੁੱਕੇ ਹੈ ਕਿ ਬੇਫਿਕਰੀ ਨਾਲ ਔਰ ਸੀਨਾ ਤਾਣ ਕੇ ਜਿਹੜੇ ਨੇ ਆਪਣੇ ਵਰਕਰਾਂ ਦੀਆਂ ਤਨਖਾਹਾਂ ਦੱਬ ਰਹੇ ਨੇ, ਜਿਨ੍ਹਾਂ ਦੇ ਕਰਕੇ ਉਹਨਾਂ ਦੇ ਘਰ ਚੱਲ ਰਹੇ ਨੇ। ਤੇ ਉਹੀ ਜਿਹੜੇ ਬਾਊ ਨੇ ਉਹ ਇਹਨਾਂ ਦੇ ਘਰ ਦੇ ਜਿਹੜੇ ਚੁੱਲ੍ਹੇ ਦੀ ਅੱਗ ਨੇ ਉਹ ਠੰਡੀ ਪਾ ਰਹੇ ਨੇ ਜਾਂ ਬੁਝਾ ਰਹੇ ਨੇ। ਸੋ ਮੈਨੂੰ ਸਰਕਾਰ ਨੂੰ ਮੈਨੂੰ ਇਹੀ ਅਪੀਲ ਹੈ ਤੇ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦਾ, ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਦੇ ਘਰ ਦੇ ਜਿਹੜੇ ਚੁੱਲ੍ਹੇ ਨੇ ਉਹ ਵੀ ਜਲਾਏ ਜਾਣ ਤੇ ਇਹਨਾਂ ਦੇ ਜਿਹੜੇ ਤਨਖਾਹਾਂ ਬਣਦੀ ਮਿਹਨਤ ਹੈ ਉਹ ਇਹਨਾਂ ਨੂੰ ਦਿੱਤੀ ਜਾਵੇ। ਸੋ ਅਸੀਂ, ਸਾਡਾ ਯੂਥ, ਕਾਂਗਰਸ ਪਾਰਟੀ ਦਾ ਯੂਥ, ਸਾਰੇ ਅਸੀਂ ਇਹਨਾਂ ਦੇ ਨਾਲ ਸਟੈਂਡ ਆ, ਅਸੀਂ ਖੜੇ ਆ, ਇਹਨਾਂ ਦਾ ਹੱਕ ਦਿਵਾ ਕੇ ਰਹਾਂਗੇ। ਸੋ ਜਿਹੜੀ ਬਦਲਾਅ ਵਾਲੀ ਸਰਕਾਰ ਹੈ, ਆਮ ਆਦਮੀ ਪਾਰਟੀ ਸਰਕਾਰ, ਉਹਨਾਂ ਨੂੰ ਇੱਥੇ ਧਿਆਨ ਦੇਣ ਦੀ ਲੋੜ ਹੈ। MLA ਸਾਹਿਬ ਨੂੰ ਮੈਂ ਕਹੂੰਗਾ ਵੀ ਇੱਥੇ ਆਣ, ਇਹਨਾਂ ਦੀਆਂ ਮੁਸ਼ਕਲਾਂ ਸੁਣਨ ਤੇ ਇਹਨਾਂ ਦਾ ਹੱਲ ਕਰਨ। ਜੋ ਬੋਲਣਾ ਬੋਲ ਮੈਂ ਨਹੀਂ ਕਰਦਾ, ਮੈਂ ਪਰਵਾਹ ਨਹੀਂ ਕਰਦਾ, ਕੋਈ ਗੱਲ ਨਹੀਂ ਭਾਈ। ਤੁਸੀਂ ਇਹ ਤਾਂ ਕਹਿ ਦੋ ਕਿ ਆਪਣਾ ਨਹੀਂ ਚੱਲਣਾ, ਹੁਣੇ ਬੋਲੂਗਾ ਤੇਰੇ ਸਾਹਮਣੇ। ਹਾਂਜੀ, ਪਾਰਟੀ ਨੇ ਚੋਰੀ ਕੀਤੀ, ਬੰਦੇ ਜਿਹੜੇ ਇਹਨਾਂ ਦਾ ਬੈਠੇ ਆ ਨਾ, ਬੁਲਾ ਦੋ ਜੇ ਬੁਲਾ ਦੋ, ਕੋਈ ਗੱਲ ਨਹੀਂ, ਬੁਲਾ ਦੋ। ਇਹ ਬੋਲਣ ਦੇ ਸਰਦਾਰ ਨਹੀਂ ਆ ਰਹੇ ਨੇ, ਉਹ ਆ ਗਏ ਸਾਰੇ। ਜੇ ਤੁਸੀਂ ਬੋਲਣਾ ਤੁਸੀਂ ਬੋਲ ਦੋ। ਹਾਂ ਨਹੀਂ ਕੀ ਬੋਲਾਂਗਾ, ਨਹੀਂ ਤੁਸੀਂ ਪੱਖ ਦੇ ਦਿਓ ਨਾ ਆਪਣਾ, ਵੀ ਤੁਹਾਡਾ ਕੀ ਪੱਖ ਆ। ਉਹ ਕਹਿ ਰਿਹਾ ਕਿ ਸਾਡੀ ਸੈਲਰੀ ਨਹੀਂ ਮਿਲੀ। ਸੈਲਰੀ ਨਹੀਂ ਮਿਲੀ, ਜੇ ਕੋਈ ਬੰਦਾ ਚੋਰੀ ਕਰਕੇ ਗਿਆ ਕੱਲ ਸਾਡੀ ਬੋਲੀ। ਤੁਸੀਂ ਇਹ ਚੀਜ਼ ਉਹੀ ਕਹਿ ਰਹੇ ਹੋ, ਇਹ ਚੀਜ਼ ਕੈਮਰੇ 'ਚ ਬੋਲ ਦੋ ਨਾ, ਤੁਸੀਂ ਇਹ ਚੀਜ਼ ਕੈਮਰੇ 'ਚ ਬੋਲ ਦੋ। बाबू जी पहली तो आपसे सत श्री अकाल। ठीक है जी बाबू जी, हम भी अहुदेदार। ਬਿਲਕੁਲ ਜੀ, ਅਸੀਂ ਜਦ ਧਰਨਾਕਾਰੀਆਂ ਦੇ ਲਈ ਗੱਲਬਾਤ ਕਰਨ ਦੇ ਲਈ ਇਸ ਫੈਕਟਰੀ ਦੇ ਅੰਦਰ ਮੌਜੂਦ ਸੀਗੇ, ਜਿਹੜੇ ਫੈਕਟਰੀ ਦੇ ਓਨਰ ਨੇ ਜਾਂ ਮੈਨੇਜਰ ਡਾਇਰੈਕਟਰ ਨੇ, ਤਾਂ ਉਹਨਾਂ ਨਾਲ ਗੱਲਬਾਤ ਕਰਨਾ ਚਾਹੀ ਤਾਂ ਉਹਨਾਂ ਵੱਲੋਂ ਮੀਡੀਆ ਸਾਹਮਣੇ ਕੋਈ ਵੀ ਜਵਾਬ ਦੇਣ ਤੋਂ ਮਨਾ ਕਰ ਦਿੱਤਾ ਗਿਆ। ਪਹਿਲਾਂ ਉਹਨਾਂ ਨੇ ਇਹ ਕਿਹਾ ਕਿ ਬੈਠੋ, ਅਸੀਂ ਨਹੀਂ ਗੱਲ ਕਰਾਂਗੇ। ਜਿਹੜੇ ਓਨਰ ਨੇ ਉਹਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਨਹੀਂ ਗੱਲ ਕਰਾਂਗੇ ਮੀਡੀਆ ਨਾਲ, ਸਾਡੇ ਜਿਹੜੇ ਮੈਨੇਜਰ ਨੇ ਜਾਂ ਹੋਰ ਵਰਕਰ ਨੇ ਉਹ ਗੱਲ ਕਰਨਗੇ। ਪਰ ਜਦ ਮੀਡੀਆ ਅੰਦਰ 10 ਤੋਂ 15-20 ਮਿੰਟ ਤਾਈਂ ਬੈਠਾ ਰਿਹਾ, ਉਸ ਤੋਂ ਬਾਅਦ ਆ ਕੇ ਓਨਰ ਦਾ ਇਹ ਕਹਿਣਾ ਹੈ ਕਿ ਅਸੀਂ ਮੀਡੀਆ ਨਾਲ ਕੋਈ ਵੀ ਗੱਲਬਾਤ ਨਹੀਂ ਕਰਨੀ, ਅਸੀਂ ਆਪਣਾ ਕੋਈ ਵੀ ਪੱਖ ਹੈ ਜਿਹੜਾ ਉਹ ਨਹੀਂ ਦੇਣਾ ਚਾਹੁੰਦੇ। ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਜ਼ਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती, अपने लोक। सत श्री अकाल जी, मैं हाँ कुलराज रंधावा ते तुसी देख रहे हो D5 चैनल पंजाबी, जिहड़ा लॉन्च हो चुका है हुण कैनेडा विच।